ਦੁਨੀਆ ਦੀ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਪੰਜਾਬ ਦੇ ਵਸਨੀਕ ਡਾਕਟਰ ਮਨਮੋਹਨ ਸਿੰਘ ਜੀ ਬਹੁਤ ਹੀ ਨੇਕ ਅਤੇ ਸਖਤ ਮਿਹਨਤ ਵਿੱਚ ਵਿਸ਼ਵਾਸ ਰੱਖਣ ਵਾਲੇ ਇਨਸਾਨ ਰਹੇ ਹਨ। ਸੂਝਵਾਨਤਾ ਅਤੇ ਤੇਜ਼ ਦਿਮਾਗ ਨਾਲ ਦੇਸ਼ ਦੀ ਇਕਨੋਮੀ ਨੂੰ ਸਹੀ ਦਿਸ਼ਾ ਦੇਣ ਵਾਲੇ ਮਨਮੋਹਨ ਸਿੰਘ ਜੀ ਦੀ ਜੀਵਨੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਤਾਂ ਦੋਸਤੋ, ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਡਾਕਟਰ ਮਨਮੋਹਨ ਸਿੰਘ ਜੀ ਦਾ ਜਨਮ 26 ਸਤੰਬਰ 1932 ਨੂੰ ਗੁਲਾਮ ਭਾਰਤ ਦੇ ਗਾਹ ਪਿੰਡ ਵਿੱਚ ਹੋਇਆ ਸੀ, ਜੋ ਕਿ ਹੁਣ ਪਾਕਿਸਤਾਨ ਦੇ ਹਿੱਸੇ ਵਿੱਚ ਹੈ। ਉਹਨਾਂ ਦੇ ਪਿਤਾ ਦਾ ਨਾਮ ਗੁਰਮੁਖ ਸਿੰਘ ਅਤੇ ਮਾਤਾ ਦਾ ਨਾਮ ਅੰਮ੍ਰਿਤ ਕੌਰ ਸੀ, ਜਿਨ੍ਹਾਂ ਦੀ ਮੌਤ ਉਹਨਾਂ ਦੇ ਟੀਨੇਜ ਵਿੱਚ ਹੀ ਹੋ ਗਈ ਸੀ, ਜਿਸ ਕਾਰਨ ਉਹਨਾਂ ਦਾ ਸਾਰਾ ਪਾਲਣ ਪੋਸ਼ਣ ਉਹਨਾਂ ਦੀ ਦਾਦੀ ਨੇ ਕੀਤਾ ਸੀ। ਬਚਪਨ ਤੋਂ ਹੀ ਮਨਮੋਹਨ ਸਿੰਘ ਤੇਜ਼ ਦਿਮਾਗ ਵਾਲੇ ਸ਼ਖਸ ਸਨ, ਜਿਸ ਕਾਰਨ ਉਹ ਆਪਣੀ ਪੜ੍ਹਾਈ ਵਿੱਚ ਹਮੇਸ਼ਾ ਹੀ ਟੋਪਰ ਬਣ ਕੇ ਅੱਗੇ ਰਹਿੰਦੇ ਸਨ। 1947 ਸਮੇਂ ਆਜ਼ਾਦੀ ਤੋਂ ਬਾਅਦ ਜਦੋਂ ਭਾਰਤ ਦੀ ਵੰਡ ਹੋਈ ਤਾਂ ਉਹ ਆਪਣੀ ਫੈਮਿਲੀ ਸਮੇਤ ਅੰਮ੍ਰਿਤਸਰ ਆ ਕੇ ਵਸ ਗਏ ਅਤੇ ਹਿੰਦੂ ਕਾਲਜ ਅੰਮ੍ਰਿਤਸਰ ਤੋਂ ਆਪਣੀ ਪੜ੍ਹਾਈ ਦੀ ਸ਼ੁਰੂਆਤ ਕੀਤੀ। ਫਿਰ ਉਸ ਸਮੇਂ ਹੁਸ਼ਿਆਰਪੁਰ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਦਾਖਲਾ ਕਰਵਾ ਕੇ ਉਹਨਾਂ ਨੇ ਬੈਚਲਰ ਅਤੇ ਫਿਰ ਮਾਸਟਰਜ਼ ਇਨ ਇਕਨੋਮਿਕਸ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਹ ਆਪਣੀ ਅਗਲੀ ਪੜ੍ਹਾਈ ਦੇ ਲਈ UK ਚਲੇ ਗਏ, ਜਿੱਥੇ ਉਹਨਾਂ ਨੇ ਯੂਨੀਵਰਸਿਟੀ ਆਫ ਕੈਂਬਰਿਜ ਤੋਂ ਐਸੋਸੀਏਟਡ ਇੱਕ ਕਾਲਜ ਸੈਂਟ ਜੌਨਸ ਕਾਲਜ ਨੂੰ ਜੁਆਇਨ ਕੀਤਾ ਅਤੇ ਇਕਨੋਮੀ ਵਿੱਚ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਆਕਸਫੋਰਡ ਯੂਨੀਵਰਸਿਟੀ ਦੇ ਨਾਫੇਲ ਕਾਲਜ ਤੋਂ ਡਾਕਟਰੇਟ ਆਫ ਫਿਲਾਸਫੀ ਵੀ ਕੀਤੀ। ਹੁਣ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਭਾਰਤ ਵਾਪਸ ਪਰਤ ਆਏ। ਭਾਰਤ ਪਰਤ ਕੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੀਨੀਅਰ ਲੈਕਚਰਰ ਵਜੋਂ ਨੌਕਰੀ ਹਾਸਲ ਕਰਨ ਦਾ ਮੌਕਾ ਮਿਲਿਆ। 2 ਸਾਲ ਲੈਕਚਰਰ ਰਹਿਣ ਤੋਂ ਬਾਅਦ ਉਹਨਾਂ ਨੇ ਪ੍ਰੋਫੈਸਰ ਰੈਂਕ ਤੇ ਵੀ 2 ਸਾਲ ਆਪਣੀ ਸੇਵਾ ਦਿੱਤੀ। ਇਸੇ ਸਮੇਂ ਦੋਸਤੋ, ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਵੀ ਆਉਂਦਾ ਹੈ। ਉਹਨਾਂ ਨੂੰ ਯੂਨਾਈਟਿਡ ਨੇਸ਼ਨ ਵੱਲੋਂ ਇੱਕ ਚਿੱਠੀ ਮਿਲਦੀ ਹੈ, ਜਿਸ ਵਿੱਚ ਉਹਨਾਂ ਨੂੰ ਯੂਨਾਈਟਿਡ ਨੇਸ਼ਨ ਦੇ ਯੂਨਾਈਟਿਡ ਨੇਸ਼ਨ ਕਾਨਫਰੰਸ ਆਫ ਟ੍ਰੇਡ ਐਂਡ ਡਿਵੈਲਪਮੈਂਟ ਵਿੱਚ ਜੂਨੀਅਰ ਅਸਿਸਟੈਂਟ ਵਜੋਂ ਜੁਆਇਨਿੰਗ ਦਿੱਤੀ ਜਾਂਦੀ ਹੈ, ਜੋ ਕਿ ਉਸ ਸਮੇਂ ਵਿੱਚ ਦੁਨੀਆ ਵਿੱਚ ਟ੍ਰੇਡ ਨੂੰ ਪ੍ਰਮੋਟ ਕਰਨ ਦਾ ਕੰਮ ਕਰਦੀ ਸੀ। 3 ਸਾਲ ਤੱਕ UN ਵਿੱਚ ਕੰਮ ਕਰਨ ਤੋਂ ਬਾਅਦ ਉਹ ਦੁਬਾਰਾ ਭਾਰਤ ਵਾਪਸ ਪਰਤ ਆਉਂਦੇ ਹਨ। ਇਸ ਤੋਂ ਬਾਅਦ ਉਹਨਾਂ ਨੂੰ ਮਿਨਿਸਟਰੀ ਆਫ ਫੋਰਨ ਟ੍ਰੇਡ ਦੇ ਐਡਵਾਈਜ਼ਰ ਦੇ ਤੌਰ ਤੇ ਨਿਯੁਕਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਉਹਨਾਂ ਨੂੰ 1972 ਵਿੱਚ ਮਿਨਿਸਟਰੀ ਆਫ ਫਾਈਨਾਂਸ ਦੇ ਚੀਫ ਐਗਜ਼ੀਕਿਊਟਿਵ ਦੇ ਤੌਰ ਤੇ ਵੀ ਅਪਾਇੰਟ ਕੀਤਾ ਜਾਂਦਾ ਅਤੇ ਥੋੜੇ ਸਮੇਂ ਤੋਂ ਬਾਅਦ ਹੀ ਉਹਨਾਂ ਨੂੰ ਟੈਲੈਂਟ ਦੇ ਦਮ ਤੇ ਹੀ ਮਿਨਿਸਟਰੀ ਆਫ ਫਾਈਨਾਂਸ ਦਾ ਸੈਕਟਰੀ ਵੀ ਬਣਾ ਦਿੱਤਾ ਜਾਂਦਾ ਹੈ। ਫਿਰ ਸਾਲ 1982 ਵਿੱਚ ਉਹਨਾਂ ਨੂੰ ਭਾਰਤ ਦੇ ਰਿਜ਼ਰਵ ਬੈਂਕ ਦਾ ਗਵਰਨਰ ਵੀ ਬਣਾ ਦਿੱਤਾ ਗਿਆ। ਇਹ ਜ਼ਿੰਮੇਵਾਰੀ ਉਹਨਾਂ ਲਈ ਬਹੁਤ ਵੱਡੀ ਸੀ, ਕਿਉਂਕਿ ਰਿਜ਼ਰਵ ਬੈਂਕ ਹੀ ਭਾਰਤ ਦੇ ਵਿੱਚ ਮੋਨੇਟਰੀ ਪਾਲਿਸੀਆਂ ਨੂੰ ਲਾਗੂ ਕਰਨ ਦਾ ਕੰਮ ਕਰਦਾ ਹੈ। 3 ਸਾਲਾਂ ਤੱਕ RBI ਗਵਰਨਰ ਰਹਿਣ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਵੱਡੀ ਜ਼ਿੰਮੇਵਾਰੀ ਦਿੰਦਿਆਂ ਪਲੈਨਿੰਗ ਕਮਿਸ਼ਨ ਦਾ ਡਿਪਟੀ ਚੇਅਰਮੈਨ ਬਣਾ ਦਿੱਤਾ ਗਿਆ ਅਤੇ 2 ਸਾਲ ਤੱਕ ਆਪਣੀ ਇੱਥੇ ਸੇਵਾ ਨਿਭਾਉਣ ਤੋਂ ਬਾਅਦ 1988 ਵਿੱਚ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਦਾ ਇਕਨੋਮਿਕਲ ਐਡਵਾਈਜ਼ਰ ਵੀ ਬਣਾਇਆ ਗਿਆ। ਹੁਣ ਮਨਮੋਹਨ ਸਿੰਘ ਜੀ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਪੋਲਿਟਿਕਸ ਵਿੱਚ ਵੀ ਐਂਟਰੀ ਕਰ ਚੁੱਕੇ ਸਨ, ਪਰ ਇਸ ਗੱਲ ਦਾ ਪਤਾ ਉਦੋਂ ਲੱਗਦਾ ਹੈ ਜਦੋਂ 1991 ਵਿੱਚ PV ਨਰਸਿਮਹਾ ਰਾਓ ਨੇ ਉਹਨਾਂ ਨੂੰ ਕੈਬਨਿਟ ਵਿੱਚ ਲੈਂਦਿਆਂ ਫਾਈਨਾਂਸ ਮਿਨਿਸਟਰੀ ਦੀ ਜ਼ਿੰਮੇਵਾਰੀ ਦਿੱਤੀ। ਉਸ ਸਮੇਂ 1990 ਤੱਕ ਭਾਰਤ ਦੀ ਇਕਨੋਮਿਕਲ ਸਥਿਤੀ ਬਹੁਤ ਮਾੜੀ ਹੋ ਚੁੱਕੀ ਸੀ, ਇੱਥੋਂ ਤੱਕ ਕਿ ਭਾਰਤ ਨੂੰ IMF ਤੋਂ ਗੋਲਡ ਲੋਨ ਤੱਕ ਲੈਣ ਦੀ ਨੌਬਤ ਵੀ ਆ ਚੁੱਕੀ ਸੀ। ਪਰ ਮਨਮੋਹਨ ਸਿੰਘ ਦੀਆਂ ਵਧੀਆ ਆਰਥਿਕ ਪਾਲਿਸੀਆਂ ਕਾਰਨ ਭਾਰਤ ਇੱਕ ਨਵੇਂ ਰਾਹ ਤੇ ਚੱਲ ਪਿਆ ਸੀ, ਪਰ ਉਹਨਾਂ ਨੂੰ ਕਈ ਵਾਰ ਕੰਟਰੋਵਰਸੀਜ਼ ਦਾ ਵੀ ਸਾਹਮਣਾ ਕਰਨਾ ਪਿਆ ਸੀ। 1992 ਵਿੱਚ ਹਰਸ਼ਦ ਮਹਿਤਾ ਸਕੈਮ ਸੀਰੀਜ਼ ਵਿੱਚ ਵੀ ਉਹਨਾਂ ਦਾ ਨਾਮ ਮੇਨ ਭੂਮਿਕਾ ਵਿੱਚ ਦਿਖਾਇਆ ਗਿਆ, ਪਰ ਇਸ ਦੇ ਉਲਟ ਮਨਮੋਹਨ ਸਿੰਘ ਜੀ ਦੀਆਂ ਕਈ ਕਾਰਗਰ ਪਾਲਿਸੀਆਂ ਕਾਰਨ ਭਾਰਤ ਨੂੰ ਨੀਂਹ ਤੇ ਲਿਆਉਣ ਲਈ ਬਹੁਤ ਕਾਰਗਰ ਸਿੱਧ ਹੋਈਆਂ ਸਨ। ਵੈਸੇ ਤਾਂ ਡਾਕਟਰ ਮਨਮੋਹਨ ਸਿੰਘ ਜੀ ਰਾਜ ਸਭਾ ਮੈਂਬਰ ਵਜੋਂ ਹੀ ਸਰਕਾਰ ਵਿੱਚ ਰਹਿੰਦੇ ਸਨ, ਪਰ 1999 ਵਿੱਚ ਉਹਨਾਂ ਨੇ ਪਹਿਲੀ ਵਾਰ ਲੋਕ ਸਭਾ ਦੀ ਸੀਟ ਉੱਤੇ ਸਾਊਥ ਦਿੱਲੀ ਤੋਂ ਚੋਣ ਲੜੀ, ਪਰ ਅਫਸੋਸ ਇਸ ਵਿੱਚ ਉਹ ਜਿੱਤ ਨਾ ਸਕੇ। ਪਰ 2004 ਵਿੱਚ ਡਾਕਟਰ ਮਨਮੋਹਨ ਸਿੰਘ ਜੀ ਨੂੰ ਕਾਂਗਰਸ ਦੇ PM ਉਮੀਦਵਾਰ ਦੇ ਤੌਰ ਤੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਖੜਾ ਕੀਤਾ ਗਿਆ। ਭਾਵੇਂ ਉਹ ਕਦੇ ਲੋਕ ਸਭਾ ਦੀ ਸੀਟ ਨਹੀਂ ਸੀ ਜਿੱਤ ਪਾਏ, ਪਰ ਫਿਰ ਵੀ 2004 ਵਿੱਚ ਭਾਰਤ ਦੀ ਜਨਤਾ ਨੇ ਮਨਮੋਹਨ ਸਿੰਘ ਜੀ ਦੇ ਵਿੱਚ ਭਰੋਸਾ ਦਿਖਾ ਕੇ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ। ਆਪਣੇ ਕਾਰਜਕਾਲ ਦੇ ਪਹਿਲੇ ਹੀ ਸਾਲ ਉਹਨਾਂ ਨੇ ਹੈਲਥ ਦੇ ਸੈਕਟਰ ਵਿੱਚ ਕਾਫੀ ਯੋਗਦਾਨ ਦਿੱਤਾ ਅਤੇ ਨੈਸ਼ਨਲ ਹੈਲਥ ਮਿਸ਼ਨ 2005 ਦੀ ਸ਼ੁਰੂਆਤ ਕੀਤੀ। ਮਨਮੋਹਨ ਸਿੰਘ ਜੀ ਦੀ ਇਸ ਪਾਲਿਸੀ ਨੂੰ ਦੁਨੀਆ ਦੇ ਹਰੇਕ ਕੋਨੇ ਵਿੱਚ ਸਰਾਹਿਆ ਗਿਆ। ਇਸ ਤੋਂ ਬਾਅਦ ਇਸ ਸਰਕਾਰ ਨੇ ਸਿੱਖਿਆ ਦੇ ਉੱਤੇ ਵੀ ਬਹੁਤ ਧਿਆਨ ਦਿੱਤਾ। ਇਸ ਦੇ ਮੱਦੇਨਜ਼ਰ ਆਂਧਰ ਪ੍ਰਦੇਸ਼, ਉੜੀਸਾ, ਮੱਧ ਪ੍ਰਦੇਸ਼, ਬਿਹਾਰ, ਪੰਜਾਬ, ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 8 IITs ਦਾ ਨਿਰਮਾਣ ਵੀ ਕਰਵਾਇਆ। ਇਸੇ ਸਾਲ ਉਹਨਾਂ ਨੇ ਮਨਰੇਗਾ ਦੀ ਵੀ ਸ਼ੁਰੂਆਤ ਕੀਤੀ। ਇਹ ਸਰਕਾਰ ਦਾ ਆਪਣੇ ਆਪ ਵਿੱਚ ਇੱਕ ਬਹੁਤ ਮਹੱਤਵਪੂਰਨ ਅਤੇ ਇਤਿਹਾਸਿਕ ਫੈਸਲਾ ਸੀ। ਇਹ ਅਜਿਹਾ ਪ੍ਰੋਗਰਾਮ ਸੀ ਜਿਸ ਵਿੱਚ ਔਰਤਾਂ ਨੂੰ ਜ਼ਿਆਦਾ ਮੌਕੇ ਦਿੱਤੇ ਜਾਂਦੇ ਸਨ। ਇਸ ਤੋਂ ਬਾਅਦ ਅੱਗੇ ਚੱਲਦਿਆਂ ਉਹਨਾਂ ਦੀ ਸਰਕਾਰ ਨੇ 2009 ਵਿੱਚ ਫ੍ਰੀ ਐਜੂਕੇਸ਼ਨ ਪਾਲਿਸੀ ਦੀ ਵੀ ਸ਼ੁਰੂਆਤ ਕੀਤੀ। ਇਹ ਕੰਪਲਸਰੀ ਐਜੂਕੇਸ਼ਨ 6 ਤੋਂ 14 ਸਾਲ ਤੱਕ ਦੇ ਬੱਚਿਆਂ ਦੇ ਲਈ ਸੀ। ਇਸ ਨੂੰ ਲਾਗੂ ਕਰਨ ਲਈ ਸਰਵ ਸਿੱਖਿਆ ਅਭਿਆਨ ਨੂੰ ਵੀ ਪ੍ਰਮੋਟ ਕੀਤਾ ਗਿਆ, ਜਿਸ ਦੀ ਸ਼ੁਰੂਆਤ ਅਟਲ ਸਰਕਾਰ ਵਿੱਚ ਕੀਤੀ ਗਈ ਸੀ।
ਇਸੇ ਸਰਕਾਰ ਨੇ ਸਾਲ 2009 ਵਿੱਚ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦੀ ਵੀ ਨੀਂਹ ਰੱਖੀ ਸੀ। ਇਹੀ ਅਥਾਰਟੀ ਆਧਾਰ ਕਾਰਡ ਨੰਬਰ ਨੂੰ ਲਾਗੂ ਕਰਨ ਵਿੱਚ ਆਪਣੀ ਮੁੱਖ ਭੂਮਿਕਾ ਨਿਭਾਉਂਦੀ ਹੈ। ਇਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਜੀ ਨੇ ਭਾਰਤ ਨੂੰ ਅੱਗੇ ਲੈ ਕੇ ਜਾਣ ਵਿੱਚ ਬਹੁਤ ਕੰਮ ਕੀਤੇ ਤੇ ਸਾਲ 2014 ਤੱਕ ਆਪਣੀ ਸੇਵਾ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੂੰ ਕਈ ਅਵਾਰਡਸ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੂੰ ਸੈਕੰਡ ਹਾਈਐਸਟ ਸਿਵਿਲੀਅਨ ਅਵਾਰਡ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਸਾਊਦੀ ਅਰੇਬੀਆ ਕਿੰਗ ਵੱਲੋਂ ਕਿੰਗ ਆਫ ਆਰਡਰ ਅਬਦੁਲ ਅਜ਼ੀਜ਼ ਅਤੇ ਜਾਪਾਨ ਗਵਰਨਮੈਂਟ ਵੱਲੋਂ ਆਰਡਰ ਆਫ ਪਲੋਵਿਨ ਫਲੋਵਰ ਅਵਾਰਡ ਵੀ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਤੇ ਇੱਕ ਮੂਵੀ ਵੀ ਬਣਾਈ ਗਈ ਜਿਸ ਦਾ ਨਾਮ ਸੀ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ। ਦੋਸਤੋ, ਉਹ ਭਾਰਤ ਦੇ ਸਭ ਤੋਂ ਫੇਮਸ ਅਤੇ ਪੜ੍ਹੇ ਲਿਖੇ ਪ੍ਰਾਈਮ ਮਿਨਿਸਟਰ ਦੀ ਲਿਸਟ ਵਿੱਚ ਨੰਬਰ 1 ਤੇ ਆਉਂਦੇ ਹਨ। ਤਾਂ ਦੋਸਤੋ, ਸਾਡੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤਾਂ ਦੋਸਤੋ, ਮਿਲਦੇ ਹਾਂ ਆਪਣੀ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।